ਪਿਓਰ ਜੈਪਨੀਜ਼ ਟ੍ਰੈਡੀਸ਼ਨਲ ਹਾਊਸ ਅੰਦਰੋਂ ਕਿਸ ਤਰ੍ਹਾਂ ਦੇ ਹੁੰਦੇ ਨੇ? ਮੇਰੇ ਪਿਆਰੇ ਦੋਸਤ ਯਾਮਾਜ਼ਾਕੀ-ਸਾਨ ਦੇ ਨਾਲ ਗੁਜ਼ਾਰਿਆ ਹੋਇਆ ਵਕਤ, ਇਹਨਾਂ ਦੀ ਇਬਾਦਤ ਕਰਨ ਦਾ ਤਰੀਕਾ, ਇਹਨਾਂ ਦੇ ਮਜ਼ਹਬ ਦੇ ਬਾਰੇ 'ਚ ਸਵਾਲ ਜਵਾਬ ਕੀਤੇ, ਇਹਨਾਂ ਦੇ ਖੁਦਾ ਦੇ ਬਾਰੇ 'ਚ ਗੱਲਬਾਤ ਕੀਤੀ, ਇਹਨਾਂ ਦੇ ਬੱਚਿਆਂ ਦੇ ਨਾਲ ਇੱਕ ਜਾਪਾਨੀ ਗੇਮ ਖੇਡੀ, ਕਾਫੀ ਕਿਸਮ ਦੇ ਜਾਪਾਨੀ ਸਨੈਕਸ ਟਰਾਈ ਕੀਤੇ। ਇੱਕ ਇੰਤਹਾਈ ਖੂਬਸੂਰਤ ਜਾਪਾਨੀ ਖਾਨਦਾਨ ਦੇ ਨਾਲ ਵਕਤ ਗੁਜ਼ਾਰਨਾ ਮੇਰੇ ਵਾਸਤੇ ਇੱਕ ਬਿਹਤਰੀਨ ਯਾਦਗਾਰ ਬਣ ਗਈ। ਉਹ ਸੁਗੋਈ ਨੇ ਇਹ ਦੱਸਦਾ ਜਾਪਾਨੀ ਲਾਈਫ ਸਟਾਈਲ ਦਾ ਘਰ ਕਿਸ ਤਰ੍ਹਾਂ ਦਾ ਹੁੰਦਾ। ਇਹ ਕਿਤਾਬਾਂ ਰੱਖੀਆਂ ਨੇ ਇਸ ਤਰ੍ਹਾਂ ਰੱਖ ਕੇ ਨਾ ਟੇਬਲ ਦੇ ਉੱਤੇ, ਅਤੇ ਇਸ ਰੱਖਣ ਦੀ ਇੱਕ ਵਜ੍ਹਾ ਇਹ ਵੇ ਕਿ ਇੰਨੀਆਂ ਜ਼ਿਆਦਾ ਕਿਤਾਬਾਂ ਇਕੱਠੀਆਂ ਰੱਖਣਗੇ ਨਾ ਅਤੇ ਬੱਚੇ ਜਿਹੜੇ ਨੇ ਨਾ ਸ਼ੌਕ ਦੇ ਨਾਲ ਆਉਣਗੇ ਅਤੇ ਉਹਨਾਂ ਨੂੰ ਸ਼ੌਕ ਹੋਏਗਾ ਕਿ ਕਿਹੜੀ ਕਿਤਾਬ ਪੜ੍ਹੀਏ। ਯਾਨੀ ਕਿ ਇੰਨੀਆਂ ਜ਼ਿਆਦਾ ਕਿਤਾਬਾਂ ਰੱਖੀਆਂ ਨੇ ਕਿ ਬੱਚੇ ਕੋਈ ਨਾ ਕੋਈ ਕਿਤਾਬ 'ਤੇ ਪੜ੍ਹਨਗੇ। ਉਹ ਸਾਰਾ ਘਰ ਲੱਕੜ ਦਾ, ਇਹ ਪਿਓਰ ਟ੍ਰੈਡੀਸ਼ਨਲ ਜੈਪਨੀਜ਼ ਹਾਊਸ ਇਸ ਤਰ੍ਹਾਂ ਦੇ ਹੁੰਦੇ ਜੀ। ਅੰਦਰੋਂ ਬੜਾ ਬੰਦੇ ਕਹਿੰਦੇ ਸਾਨੂੰ ਯਾਮਾਜ਼ਾਕੀ-ਸਾਨ ਦਾ ਅੰਦਰੋਂ ਘਰੋਂ ਵਿਖਾਓ। ਉਹ ਸੁਗੋਈ ਵਾਓ, ਇਹ ਇੱਕ ਨਾ ਨਜ਼ਾਰਾ ਹੈ ਟਿਪੀਕਲ। ਬਾਹਰ ਗਾਰਡਨ ਹੁੰਦਾ ਅਤੇ ਮੇਨ ਕਮਰੇ ਦੇ ਵਿੱਚੋਂ ਇਸ ਤਰ੍ਹਾਂ ਗਾਰਡਨ ਨਜ਼ਰ ਆਉਂਦਾ। ਸੁਗੋਈ ਹਾਏ ਹਾਏ ਕਿੰਨਾ ਖੂਬਸੂਰਤ ਲੱਗ ਰਿਹਾ। ਸਾਰੀ ਇਹਨਾਂ ਦੀ ਪ੍ਰੋਪਰਟੀ ਹੈ। ਉਹ ਉੱਪਰਾਂ ਨੂੰ ਪਿੱਛੇ ਇਹਨਾਂ ਨੇ ਨਵਾਂ ਘਰ ਬਣਾ ਕੇ ਦਿੱਤਾ ਆਪਣੇ ਬੇਟੇ ਨੂੰ। ਕੁਰਸੀ ਵੀ ਬੜੀ ਕੰਫਰਟੇਬਲ। ਇਹ ਪਿਓਰ ਜਾਪਾਨੀ ਹਾਊਸ। ਉਹ ਉੱਥੇ ਕੋਈ ਇਹਨਾਂ ਦਾ ਗੋਡ ਦਾ ਸਿਸਟਮ ਹੈ, ਜਿਸ ਤਰ੍ਹਾਂ ਇੰਡੀਆ ਦੇ ਵਿੱਚ ਹੁੰਦੇ ਨਾ ਭਗਵਾਨ ਵਗੈਰਾ ਲੋਕਾਂ ਨੇ ਘਰਾਂ ਦੇ ਵਿੱਚ ਆਪਣਾ ਬਣਾਇਆ ਹੁੰਦਾ, ਅਤੇ ਇੱਥੇ ਇਹਨਾਂ ਨੇ ਵੀ ਬਣਾਇਆ ਹੈ। ਮੇਰੇ ਕੋਲ ਤਾਂ ਅੱਧੀ ਪਿੰਨੀ ਮਸਾਂ ਖਾਧੀ ਗਈ ਅਤੇ ਖਾਈ ਜਾ ਰਹੇ ਨੇ ਹੋਰ ਪਿੰਨੀਆਂ। ਵਾਹ। ਇਹ ਆਪਣੇ ਪੂਰੇ ਕਮਰੇ 'ਚ ਇਹਨਾਂ ਨੇ ਕੁਝ ਤਸਵੀਰਾਂ ਲਾਈਆਂ ਨੇ, ਜਿਸ ਤਰ੍ਹਾਂ ਸਾਡੇ ਕੋਈ ਪੀਰ ਫਕੀਰ ਨਹੀਂ ਹੁੰਦੇ ਕੋਈ ਵੱਡੇ ਵਡੇਰੇ, ਜੋ ਮੇਰੇ ਖਿਆਲ ਇਸ ਤਰ੍ਹਾਂ ਇਹਨਾਂ ਦਾ ਕੋਈ ਹੈ ਮਜ਼ਹਬ ਤੋਂ ਰਿਲੇਟਿਡ ਨਾ, ਇਹਨਾਂ ਦੇ ਕੋਈ ਲੀਡਰ ਵਗੈਰਾ ਹੋਣਗੇ। ਅਤੇ ਮੈਂ ਇਹਨਾਂ ਨੂੰ ਪੁੱਛਦਾ ਪਿਆ ਸਾਂ ਕਿ ਉਹ ਜਿਹੜਾ ਸਾਹਮਣੇ ਹੈ ਲੱਕੜ ਲੱਗੀ ਹੈ, ਇਹਦਾ ਕੀ ਮਕਸਦ ਹੈ। ਇਹ ਇੱਥੇ ਬੁੱਧਾ ਇਹਨੂੰ ਕਹਿੰਦੇ ਨੇ, ਬੁੱਧਾ ਜਿਹੜਾ ਕਿ ਇਬਾਦਤ, ਜਿਸ ਤਰ੍ਹਾਂ ਕਿ ਇੰਡੀਅਨ ਫੈਮਲੀਜ਼ ਦੇ ਵਿੱਚ ਵੀ ਹੁੰਦਾ ਨਾ ਇੱਕ ਭਗਵਾਨ ਵਗੈਰਾ ਉਹਨਾਂ ਨੇ ਆਪਣਾ ਬਣਾ ਕੇ ਰੱਖਿਆ ਹੁੰਦਾ, ਅਤੇ ਇਵੇਂ ਆ। ਅਤੇ ਉਹ ਦੱਸਦੇ ਪਏ ਨੇ ਕਿ ਇਸ ਤਰ੍ਹਾਂ ਇਹਦੇ ਅੰਦਰ ਅਸੀਂ ਕੁਝ ਰੱਖਦੇ ਹਾਂ ਅਤੇ ਇਹਦੇ ਸਾਹਮਣੇ ਬਹਿ ਕੇ ਉੱਥੇ ਅਤੇ ਉਹ ਕੁਰਸੀ ਦੇ ਉੱਤੇ ਨਾ ਦੁਆ ਵਗੈਰਾ ਕਰਨੇ ਆ। ਨਾਲੇ ਦੱਸਦੇ ਪਏ ਨੇ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਪੈਸੇ ਲੱਗਦੇ ਨੇ। ਇਹ ਖ਼ਾਸ ਕਿਸਮ ਦੀ ਲੱਕੜੀ ਹੁੰਦੀ ਹੈ, ਸਾਰਾ ਤਿਆਰ ਕਰਨ 'ਚ ਇੰਤਹਾਈ ਐਕਸਪੈਂਸਿਵ ਹੈ। ਅਤੇ ਹੁਣ ਦੱਸਦੇ ਪਏ ਨੇ ਕਿ ਮੈਂ ਤੁਹਾਨੂੰ ਕਰਕੇ ਵਿਖਾਉਂਦਾ ਵਾਂ ਇੱਥੇ ਅਸੀਂ ਕਿਸ ਤਰ੍ਹਾਂ ਬਹਿੰਦੇ ਹਾਂ। ਪੂਰੇ ਨੇ ਸੋਕੋ ਸਵਾਤੇ। ਜਿਹੜੇ ਬੰਦੇ ਦੀ ਡੈਥ ਹੋ ਜਾਏਗੀ ਇੱਥੇ ਬਹਿ ਕੇ ਅਤੇ ਇਹ ਦੁਆ ਕਰਨਗੇ। ਕੋਕੋ ਦੇ ਨੇ ਸੋਨੂ ਮਾਮਾ ਸੋਨੂ ਮਾਮਾ ਆਕੇਰੂ ਓਕੇ ਓਕੇ। ਸੈਂਸੇ ਨੇ ਇਹਨਾਂ ਦੇ ਕੋਈ, ਜਿਸ ਤਰ੍ਹਾਂ ਸਾਡੇ ਪੀਰ ਵਗੈਰਾ ਹੁੰਦੇ ਨਾ ਕੋਈ ਵੱਡੇ ਵਡੇਰੇ। ਹਾਂ ਸੋਕਾ ਯੰਗ ਨੇ। ਹਾਂ ਇਹ ਹੁਣ ਇਹ ਬੁੱਢੇ ਹੋ ਗਏ ਨੇ। ਇਹ ਉਹਨਾਂ ਦੀ ਜਵਾਨੀ ਦੀ ਤਸਵੀਰ ਹੈ, ਜੋ ਵੀ ਇਹਨਾਂ ਦੇ ਪੀਰ ਫਕੀਰ ਜੋ ਵੀ ਹੋਣਗੇ ਇਹਨਾਂ ਦੇ ਨਾ। ਮੈਂ ਇਹਨਾਂ ਨੂੰ ਇਸ ਬਿਲਡਿੰਗ ਦੀ ਤਸਵੀਰ ਦੇ ਬਾਰੇ 'ਚ ਪੁੱਛਿਆ। ਇਹ ਦੱਸਦੇ ਪਏ ਨੇ ਕਿ ਮਜ਼ੀਦ 2-3 ਸਾਲ ਦੇ ਅੰਦਰ ਇੱਕ ਬਹੁਤ ਵੱਡੀ ਬਿਲਡਿੰਗ ਹੈ ਸਾਡੇ ਰਿਲੀਜਨ ਤੋਂ ਰਿਲੇਟਿਡ ਨਾ, ਇਹ ਤਿਆਰ ਹੋਏਗੀ ਓਸਾਕਾ ਸ਼ਹਿਰ ਦੇ ਅੰਦਰ। ਇਹ ਬਹੁਤ ਖੂਬਸੂਰਤ ਬਿਲਡਿੰਗ ਹੈ, ਬਣਨ ਜਾ ਰਹੀ ਹੈ ਨਾ। ਲੇਕਿਨ ਕਿ ਇਹ ਇਹਨਾਂ ਦਾ ਖ਼ਾਸ ਰਿਲੀਜਨ ਹੈ ਨਾ, ਜਿਹਦਾ ਨਾਂ ਹੈ ਸੋਕਾ ਗਾਕੋ। ਜਾਪਾਨ ਦੇ ਵਿੱਚ ਵੀ ਇਸੇ ਤਰ੍ਹਾਂ, ਮਤਲਬ ਪੂਰੀ ਦੁਨੀਆ ਦੇ ਵਿੱਚ ਹੀ ਇੱਕ ਰਿਲੀਜਨ ਹੈ ਨਾ, ਉਹਦੇ ਕਿੰਨੇ ਹੀ ਫਿਰਕੇ ਹੁੰਦੇ ਨੇ। ਸਾਰੇ ਫਿਰਕੇ ਆਪਣੇ ਆਪ ਨੂੰ ਬਿਹਤਰੀਨ ਸਮਝਦੇ ਨੇ ਨਾ, ਸੋਰੀ ਟੂ ਸੇ। ਲੇਕਿਨ ਇਹਨਾਂ ਦੇ ਵਿੱਚ ਇਹ ਵੇ ਕਿ ਅਮਨ ਪਸੰਦ ਹੁੰਦੇ ਨੇ, ਇੱਕ ਦੂਜੇ ਨੂੰ ਬਿਲਕੁਲ ਤੰਗ ਨਹੀਂ ਕਰਦੇ, ਇੱਕ ਦੂਜੇ ਨੂੰ ਬੁਰਾ ਭਲਾ ਨਹੀਂ ਆਖਦੇ, ਲੇਕਿਨ ਕਿ ਆਪਣੇ ਦਿਲ ਦੇ ਵਿੱਚ ਇਹੀ ਸਮਝਦੇ ਨੇ ਕਿ ਅਸੀਂ ਖਾਸ ਹਾਂ। ਅਤੇ ਇਹ ਦੱਸਦੇ ਪਏ ਨੇ ਕਿ ਇਹ ਜਦੋਂ ਤਿਆਰ ਹੋਏਗਾ ਅਤੇ ਜੇ ਤੂੰ ਜਾਣਾ ਚਾਹੇਗਾ ਤਾਂ ਮੈਂ ਤੈਨੂੰ ਲੈ ਕੇ ਜਾਵਾਂਗਾ। ਮੈਂ ਕਿਹਾ ਠੀਕ ਹੈ, ਅਸੀਂ ਜਾਵਾਂਗੇ। ਮੈਂ ਇਸ ਬਿਲਡਿੰਗ ਨੂੰ ਵਿਜ਼ਿਟ ਕਰਨ 'ਚ ਕਾਫੀ ਇੰਟਰਸਟਿਡ ਹਾਂ। ਇਹਨਾਂ ਦੇ ਰਿਲੀਜਨ ਦਾ ਇੱਕ ਫਲੈਗ ਵੀ, ਯਾਨੀ ਕਿ ਝੰਡਾ ਨਾ, ਅਤੇ ਉਸ ਝੰਡੇ ਦੇ ਵਿੱਚ 3 ਕਲਰ ਹੁੰਦੇ ਨੇ, ਨੀਲਾ, ਪੀਲਾ ਅਤੇ ਲਾਲ। ਇਸ ਤਰ੍ਹਾਂ ਇਹਨਾਂ ਨੇ ਇਹ ਨੀਲਾ ਪੀਲਾ ਲਾਲ ਜਿਹੜਾ ਕਲਰ ਹੈ ਉਹ ਆਪਣੇ ਘਰ ਵੀ ਰੱਖਿਆ ਹੋਇਆ ਮੁਖਤਲਿਫ ਸ਼ਕਲਾਂ ਦੇ ਵਿੱਚ ਨਾ। ਅਤੇ ਇਹ ਇੱਕ ਬਿਲੀਫ ਹੁੰਦਾ ਹੈ ਜਿਹੜਾ ਕਿ ਤੁਸੀਂ ਯਕੀਨ ਰੱਖਦੇ ਹੋ ਆਪਣੇ ਰਿਲੀਜਨ ਦੇ ਉੱਤੇ। ਅਤੇ ਕਿਸੇ ਵੀ ਇਨਸਾਨ ਦਾ ਜਿਹੜਾ ਯਕੀਨ ਹੁੰਦਾ ਨਾ ਆਪਣੇ ਰਿਲੀਜਨ ਦੇ ਉੱਤੇ, ਉਹ ਉਹਨੂੰ ਖੂਬਸੂਰਤ ਵੀ ਬਣਾਉਂਦਾ ਅਤੇ ਬਦਸੂਰਤ ਵੀ। ਅਤੇ ਜਦੋਂ ਤੁਸੀਂ ਕਿਸੇ ਵੀ ਅੱਛੇ ਰਿਲੀਜਨ ਨੂੰ, ਯਾਨੀ ਕਿ ਰਿਲੀਜਨ ਜਿੰਨੇ ਵੀ ਨੇ ਦੁਨੀਆ ਦੇ ਮਜ਼ਾਹਿਬ ਨੇ, ਉਹ ਤੁਹਾਨੂੰ ਅੱਛੀ ਇਨਸਾਨੀਅਤ ਦੀ ਤਬਲੀਗ ਕਰਦੇ ਨੇ ਨਾ। ਯਾਨੀ ਕਿ ਖੁਦਾ ਉਹਨਾਂ ਦੇ ਮੁਖਤਲਿਫ ਨੇ, ਲੇਕਿਨ ਜਿਹੜੇ ਉਹਨਾਂ ਦੇ ਪੈਗਾਮ ਨੇ ਉਹ ਆਲਮੋਸਟ
ਇੱਕ ਦੂਜੇ ਦੇ ਨਾਲ ਮਿਲਦੇ ਜੁਲਦੇ ਹੀ ਹੁੰਦੇ ਨੇ ਨਾ, ਕਿ ਇਨਸਾਨੀਅਤ ਦਾ ਫਾਇਦਾ ਕਰੋ, ਭਲਾਈ ਕਰੋ, ਮਿਲ ਜੁਲ ਕੇ ਰਹੋ, ਕਿਸੇ ਨਾਲ ਜ਼ਿਆਦਤੀ ਨਾ ਕਰੋ, ਖੂਨ ਖਰਾਬਾ ਨਾ ਕਰੋ, ਤੰਗੇ ਫਸਾਦ ਨਾ ਕਰੋ। ਅਤੇ ਯਾਮਾਜ਼ਾਕੀ ਸਾਨ ਜਿਹੜੇ ਨੇ, ਅਕਸਰ ਲੋਕ ਮੈਨੂੰ ਆਖਦੇ ਨੇ ਕਿ ਤੁਸੀਂ ਇਹਨਾਂ ਨੂੰ ਇਸਲਾਮ ਦੀ ਦਾਵਤ ਦਿਓ। ਇਸੇ ਤਰ੍ਹਾਂ ਇਹਨਾਂ ਦਾ ਵੀ ਦਿਲ ਹੁੰਦਾ ਕਿ ਇਹ ਵੀ ਆਪਣੇ ਰਿਲੀਜਨ ਦੇ ਬਾਰੇ 'ਚ ਤਬਲੀਗ ਕਰਨ ਔਰ ਆਪਣੇ ਰਿਲੀਜਨ ਦੇ ਬਾਰੇ 'ਚ ਦੂਸਰੇ ਲੋਕਾਂ ਨੂੰ ਦੱਸਣ। ਹੁਣ ਸਾਡੇ ਅਤੇ ਇਹਨਾਂ ਦੇ ਵਿੱਚ ਇਹ ਫ਼ਰਕ ਹੈ ਕਿ ਇਹ ਜ਼ਬਰਦਸਤੀ ਤਬਲੀਗ ਨਹੀਂ ਕਰਦੇ। ਉਹ ਮੇਰੀ ਵਾਈਫ ਨੂੰ ਦੱਸ ਰਹੇ ਨੇ ਕਿ ਜਦੋਂ ਮੈਨੂੰ ਪਤਾ ਲੱਗਾ ਕਿ ਸ਼ੁਏਬ ਜਿਹੜਾ ਉਹ ਮੁਸਲਮਾਨ ਹੈ ਔਰ ਇੱਕ ਖ਼ਾਸ ਰਿਲੀਜਨ ਨੂੰ ਫਾਲੋ ਕਰ ਰਿਹਾ ਅਤੇ ਮੈਂ ਆਪਣੇ ਰਿਲੀਜਨ ਦੇ ਬਾਰੇ 'ਚ ਮਜ਼ੀਦ ਮਾਲੂਮਾਤ ਦੇਣਾ ਇਹਨੂੰ ਛੱਡ ਦਿੱਤੀ ਹੈ, ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹ ਆਲਰੇਡੀ ਕਿਸੇ ਰਿਲੀਜਨ ਦਾ ਅੱਛਾ ਬਿਲੀਵਰ ਹੈ। ਇਹੀ ਇਹਨਾਂ ਦੀ ਮੇਰੇ ਵਾਸਤੇ ਅਮਨ ਪਸੰਦ ਸੋਚ ਹੈ ਕਿ ਅਗਰ ਸ਼ੁਏਬ ਨੇ ਕੋਈ ਚੀਜ਼ ਪੁੱਛਣੀ ਹੋਏਗੀ ਤਾਂ ਉਹ ਮੈਨੂੰ ਖੁਦ ਹੀ ਪੁੱਛ ਲਏਗਾ। ਇਸੇ ਤਰ੍ਹਾਂ ਮੈਂ ਵੀ ਇਹਨਾਂ ਨੂੰ ਕਿਹਾ ਕਿ ਤੁਸੀਂ ਕੁਝ ਇਸਲਾਮ ਦੇ ਬਾਰੇ 'ਚ ਜਾਣਨਾ ਚਾਹੁੰਦੇ ਹੋ ਤਾਂ ਮੈਨੂੰ ਸਵਾਲ ਕਰੋ, ਮੈਨੂੰ ਦੱਸ ਕੇ ਖੁਸ਼ੀ ਹੋਏਗੀ। ਰਿਲੀਜਨ ਦੇ ਹਿਸਾਬ ਨਾਲ ਵੀ ਦੱਸਿਆ ਹੈ ਕਿ ਸਾਡਾ ਇਸਲਾਮ ਖੁਦ ਕਹਿੰਦਾ ਹੈ ਕਿ ਅਗਰ ਤੁਸੀਂ ਸਮਝਦੇ ਹੋ ਕਿ ਤੁਹਾਡਾ ਖੁਦਾ ਜਿਹੜਾ ਹੈ ਉਹ ਸੱਚਾ ਹੈ ਅਤੇ ਇੱਕ ਵਾਹਿਦ ਹੈ, ਅਤੇ ਤੁਸੀਂ ਕਿਸੇ ਦੇ ਜੋ ਤੁਸੀਂ ਸਮਝਦੇ ਹੋ ਕਿ ਝੂਠੇ ਖੁਦਾ ਨੇ ਉਹਨਾਂ ਨੂੰ ਬੁਰਾ ਨਾ ਕਹੋ, ਰਿਸਪੈਕਟ ਦਿਓ, ਕਿਉਂਕਿ ਫਿਰ ਇਹ ਤੁਹਾਡੇ ਸੱਚੇ ਖੁਦਾ ਨੂੰ ਬੁਰਾ ਕਹਿਣਗੇ। ਅਤੇ ਉਹ ਇਹ ਸੁਣ ਕੇ ਬੜਾ ਖੁਸ਼ ਹੋਏ ਨੇ। ਇਹ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ, ਤੁਸੀਂ ਕਿਸੇ ਨੂੰ ਆਪਣੇ ਰਿਲੀਜਨ ਵਾਸਤੇ ਇੰਟਰਸਟ ਦੇ ਸਕਦੇ ਹੋ। ਹੁਣ ਮੈਂ ਇੱਥੇ ਆਉਂਦੇ ਸਾਰ ਅਗਰ ਪਹਿਲੀ ਗੱਲ ਹੀ ਇੱਥੇ ਸ਼ੁਰੂ ਕਰਾਂਗਾ ਜੋ ਭਾਈ ਤੁਹਾਡੇ ਖੁਦਾ ਅਸੀਂ ਮੰਨਦੇ ਹੀ ਨਹੀਂ ਅਤੇ ਇੱਕੋ ਹੀ ਖੁਦਾ ਹੈ ਔਰ ਸਾਡਾ ਖੁਦਾ ਹੈ, ਅਤੇ ਇਹ ਕਿੰਨੀ ਜ਼ਿਆਦਾ ਡਿਸਰਿਸਪੈਕਟ ਚੀਜ਼ ਹੋਏਗੀ। ਇਸ ਚੀਜ਼ ਨੂੰ ਸਮਝਿਆ ਕਰੋ। ਜਿਹੜੇ ਬੰਦੇ ਬਾਹਰ ਰਹਿੰਦੇ ਨੇ, ਇਹਨਾਂ ਲੋਕਾਂ ਦੇ ਵਿੱਚ ਰਹਿੰਦੇ ਨੇ, ਉਹ ਮੇਰੀ ਗੱਲ ਨੂੰ ਸਮਝਣਗੇ ਵੀ ਅਤੇ ਮੇਰੀ ਗੱਲ ਨੂੰ ਅਹਿਮੀਅਤ ਵੀ ਦੇਣਗੇ। ਜਿਨ੍ਹਾਂ ਦਾ ਦਿਮਾਗ ਬੰਦ ਹੈ, ਬੁੱਟ ਦਿਮਾਗ ਹੈ, ਉਹਨਾਂ ਨੂੰ ਮੇਰੀ ਗੱਲ ਦੀ ਸਮਝ ਨਹੀਂ ਆਏਗੀ। ਯਾਮਾਜ਼ਾਕੀ ਸਾਨ ਨੇ ਮੈਨੂੰ ਟਰਾਈ ਕਰਨ ਵਾਸਤੇ ਇੱਕ ਹੋਰ ਡਿਸ਼ ਦਿੱਤੀ ਹੈ, ਇੱਕ ਜੈਪਨੀਜ਼ ਰਾਈਸ ਕੇਕ ਹੈ ਜਿਹੜਾ ਕਿ ਮਿੱਠੇ ਸਿਰਪ ਦੇ ਵਿੱਚ ਡੁਬੋਇਆ ਹੋਇਆ ਹੈ ਔਰ ਇਹਦੇ ਵਿੱਚ ਹੋਰ ਵੀ ਕੁਝ ਇੰਗਰੀਡੀਐਂਟਸ ਮੌਜੂਦ ਨੇ। ਯਾਮਾਜ਼ਾਕੀ ਸਾਨ ਜ਼ਿੰਦਾਬਾਦ ਨੇ। ਉਹਨਾਂ ਨੇ ਆਖਿਆ ਕਿ ਜੇ ਤੈਨੂੰ ਇਹ ਚੀਜ਼ ਪਸੰਦ ਨਹੀਂ ਆਉਂਦੀ ਅਤੇ ਤੂੰ ਇਹਨੂੰ ਟਰਾਈ ਕਰਨ ਤੋਂ ਬਾਅਦ ਫ਼ੌਰਨ ਥੱਲੇ ਰੱਖ ਸਕਦਾ, ਕਿਉਂਕਿ ਇਹ ਤੈਨੂੰ ਸਿਰਫ ਐਕਸਪੀਰੀਅੰਸ ਕਰਵਾਉਣ ਵਾਸਤੇ ਦਿੱਤੀ ਗਈ ਹੈ ਤਾਂ ਕਿ ਅਗਰ ਤੈਨੂੰ ਪਸੰਦ ਆਏ ਅਤੇ ਤੂੰ ਬਾਹਰੋਂ ਵੀ ਇਹਨੂੰ ਲੈ ਕੇ ਖਰੀਦ ਕੇ ਖਾ ਸਕੇ। ਕਿਉਂਕਿ ਕਿੰਨੀਆਂ ਹੀ ਐਸੀਆਂ ਜੈਪਨੀਜ਼ ਚੀਜ਼ਾਂ ਨੇ ਜਿਹੜੀਆਂ ਕਿ ਹਲਾਲ ਵੀ ਨੇ, ਲੇਕਿਨ ਮੈਂ ਇਸ ਵਜ੍ਹਾ ਤੋਂ ਨਹੀਂ ਖਾਂਦਾ ਕਿਉਂਕਿ ਮੈਂ ਕਦੀ ਉਹ ਟੇਸਟ ਨਹੀਂ ਕੀਤੀਆਂ ਹੁੰਦੀਆਂ, ਅਤੇ ਮੈਨੂੰ ਲੱਗਦਾ ਹੈ ਕਿ ਮੈਂ ਖਰੀਦ ਤਾਂ ਲਵਾਂਗਾ, ਫਿਰ ਮੈਨੂੰ ਜ਼ਾਇਆ ਵੀ ਕਰਨੀ ਪਏਗੀ ਅਤੇ ਪੈਸੇ ਵੀ ਜ਼ਾਇਆ ਕਰਨੇ ਪੈਣਗੇ। ਜਾਪਾਨ ਦੇ ਵਿੱਚ ਰਹਿੰਦੇ ਹੋਏ ਕੁਝ ਚੀਜ਼ਾਂ ਐਸੀਆਂ ਵੀ ਸਨ ਕਿ ਜਿਹੜੀਆਂ ਮੈਨੂੰ ਸ਼ੁਰੂ ਤੋਂ ਇੰਨੀਆਂ ਕੁ ਬੁਰੀਆਂ ਲੱਗੀਆਂ ਸਨ, ਲੇਕਿਨ ਆਹਿਸਤਾ ਆਹਿਸਤਾ ਉਹ ਮੇਰੀਆਂ ਫੇਵਰੇਟ ਚੀਜ਼ਾਂ ਦੇ ਵਿੱਚ ਸ਼ਾਮਿਲ ਹੋ ਗਈਆਂ। ਜੈਸਾ ਕਿ ਜੈਪਨੀਜ਼ ਰਾਈਸ ਮੈਨੂੰ ਬਹੁਤ ਜ਼ਿਆਦਾ ਬੁਰੇ ਲੱਗਦੇ ਸਨ, ਲੇਕਿਨ ਕਿ ਹੁਣ ਜੈਪਨੀਜ਼ ਰਾਈਸ ਜਿਹੜੇ ਨੇ ਮੈਨੂੰ ਬਹੁਤ ਜ਼ਿਆਦਾ ਪਸੰਦ ਨੇ ਔਰ ਮੈਂ ਹਰ ਚੀਜ਼ ਦੇ ਨਾਲ ਜੈਪਨੀਜ਼ ਰਾਈਸ ਜਿਹੜੇ ਨੇ ਉਹ ਖਾ ਲੈਂਦਾ ਵਾਂ। ਜੈਪਨੀਜ਼ ਇਖਲਾਕੀਆਤ ਦੇ ਵਿੱਚ ਇਹ ਵੀ ਚੀਜ਼ ਸ਼ਾਮਿਲ ਹੈ ਕਿ ਅਗਰ ਤੁਹਾਨੂੰ ਕੋਈ ਚੀਜ਼ ਆਫਰ ਕੀਤੀ ਗਈ ਹੈ ਅਤੇ ਤੁਸੀਂ ਉਹਨੂੰ ਮੁਕੰਮਲ ਤਰੀਕੇ ਨਾਲ ਖ਼ਤਮ ਕਰੋ, ਖ਼ਾਸ ਤੌਰ 'ਤੇ ਜਦੋਂ ਤੁਸੀਂ ਉਹਨੂੰ ਖਾਣਾ ਸ਼ੁਰੂ ਕਰ ਦਿੱਤਾ। ਮੈਂ ਤਾਂ ਆਪਣਾ ਪਿਆਲਾ ਉਸੇ ਤਰ੍ਹਾਂ ਹੀ ਥੱਲੇ ਰੱਖ ਦਿੱਤਾ, ਲੇਕਿਨ ਮੇਰੀ ਵਾਈਫ ਨੂੰ ਪਤਾ ਨਹੀਂ ਪਸੰਦ ਹੈ ਜਾਂ ਨਹੀਂ, ਪਰ ਉਹਨੇ ਪੂਰਾ ਖ਼ਤਮ ਕੀਤਾ, ਖਾ ਗਈ ਹੈ ਸਾਰਾ। 麺と麺が一緒になったらあかんの。この角。ਇਹ ਯਾਮਾਜ਼ਾਕੀ ਸਾਨ ਦੇ ਪੋਤਰੇ ਨੇ ਅਤੇ ਇਹ ਮੇਰੇ ਨਾਲ ਇਹ ਗੇਮ ਖੇਡਣਾ ਚਾਹੁੰਦੇ ਨੇ, ਅਤੇ ਯਾਮਾਜ਼ਾਕੀ ਸਾਨ ਦੀ ਜਿਹੜੇ ਵਾਈਫ ਨੇ ਉਹਨਾਂ ਨੇ ਇਹ ਸਾਰੀ ਗੇਮ ਸਮਝਾਈ ਹੈ ਪਹਿਲੇ ਕਿ ਕਿਸ ਤਰ੍ਹਾਂ ਹਰ ਬੰਦੇ ਦੇ ਆਪਣੇ ਆਪਣੇ ਕਲਰ ਹੋਣਗੇ ਅਤੇ ਉਹ ਕਿਸ ਤਰ੍ਹਾਂ ਤਰੀਕੇ ਦੇ ਨਾਲ ਅਸੀਂ ਇਹਨਾਂ ਨੂੰ ਇਹਦੇ ਉੱਤੇ ਟਰੇ ਦੇ ਉੱਤੇ ਰੱਖਣਾ ਹੈ ਕਿ ਇੱਕ ਚੀਜ਼ ਜਿਹੜੀ ਹੈ ਦੂਜੀ ਚੀਜ਼ ਨਾਲ ਜੁੜੇ, ਨਾ ਸਿਰਫ ਕੋਨੇ ਜੁੜਨ। ਹੁਣ ਯਾਮਾਜ਼ਾਕੀ ਸਾਨ ਸਮਝਾ ਰਹੇ ਨੇ। ਇਹ ਦੋ ਬੱਚੇ ਨੇ, ਇਹ ਅਤੇ ਮੇਰੇ ਨਾਲ ਅਤੇ ਮੇਰੀ ਵਾਈਫ ਦੇ ਨਾਲ ਇਹ ਗੇਮ ਖੇਡਣਾ ਚਾਹੁੰਦੇ ਨੇ। ਮੈਨੂੰ ਇਸ ਗੇਮ ਦਾ ਨਾਂ ਤਾਂ ਨਹੀਂ ਪਤਾ, ਸ਼ੁਰੂ 'ਚ ਕਾਫੀ ਬੋਰਿੰਗ ਅਤੇ ਮੁਸ਼ਕਿਲ ਲੱਗ ਰਹੀ ਸੀ, ਲੇਕਿਨ ਜਦੋਂ ਖੇਡਣਾ ਸ਼ੁਰੂ ਕੀਤੀ ਤਾਂ ਬੜਾ ਮਜ਼ਾ ਆਉਣਾ ਸ਼ੁਰੂ ਹੋ ਗਿਆ। ਗੇਮ ਦਾ ਰੂਲ ਇਹ ਹੀ ਹੈ ਕਿ ਖ਼ਾਸ ਤਰੀਕੇ ਦੇ ਨਾਲ ਤੁਸੀਂ ਆਪਣੇ ਕਲਰ ਰੱਖ ਸਕਦੇ ਹੋ, ਕੋਨੇ ਦੇ ਨਾਲ ਕੋਨਾ ਜੋੜ ਸਕਦੇ ਹੋ, ਲੇਕਿਨ ਕਲਰ ਦੇ ਸਾਹਮਣੇ ਕਲਰ ਨਹੀਂ ਰੱਖ ਸਕਦੇ, ਔਰ ਜਿਹੜੇ ਬੰਦੇ ਦੇ ਕਲਰ ਜਲਦੀ ਖ਼ਤਮ ਹੋ ਜਾਣਗੇ ਉਹ ਜਿੱਤ ਜਾਏਗਾ। ਐਂਡ 'ਤੇ ਫਿਰ ਮੈਂ ਹੀ ਜਿੱਤਿਆ ਸਾਂ, ਖੁਸ਼ਕਿਸਮਤੀ ਦੇ ਨਾਲ ਜਾਂ ਗਲਤੀ ਦੇ ਨਾਲ। あ、参考でよかったんや。なるほど。なるほど。 ਲੋ ਜੀ, あ、いけてたんや、ここ。 ਮੇਰਾ ਐਂਡ 'ਤੇ ਇਹ ਬਚਿਆ ਪੰਜ ਦਾਣੇ ਨਾ, ਜਿਹਦੇ ਜ਼ਿਆਦਾ ਬਚਣਗੇ ਉਹ ਹਾਰ ਜਾਏਗਾ। ਮੇਰੇ ਸਭ ਤੋਂ ਘੱਟ ਬਚੇ ਨੇ, ਮੈਂ ਜਿੱਤ ਗਿਆ। ਵਿਨਰ 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 ਵਿਨਾ ਵਿਨਾ। ਇਹ ਗੇਮ ਖਰੀਦਣੀ ਪੈਣੀ ਹੈ। もういっぱいこういうゲーム。 अच्छी गेम, बहुत मजे की गेम है। तनाशी ने तनाशी करता वही ने। 前ちょっと頭良くなりそう。 ਅਸੀਂ ਹੁਣ ਯਾਮਾਜ਼ਾਕੀ ਸਾਨ ਕੋਲੋਂ ਵਾਪਸੀ ਦੀ ਇਜਾਜ਼ਤ ਮੰਗ ਰਹੇ ਸਾਂ ਅਤੇ ਉਹ ਕਹਿੰਦੇ ਨੇ ਕਿ ਮੈਂ ਤੁਹਾਡੇ ਨਾਲ ਇੱਕ ਫੈਮਿਲੀ ਫੋਟੋ ਲੈਣਾ ਚਾਹੁੰਦਾ ਵਾਂ। ਇਹ ਚੀਜ਼ ਮੇਰੇ ਜ਼ਿਹਨ ਦੇ ਵਿੱਚ ਨਹੀਂ ਆਈ, ਇਹ ਇਹਨਾਂ ਦਾ ਹੀ ਆਈਡੀਆ ਸੀ ਔਰ ਇਹ ਪਿਕਚਰ ਮੇਰੀ ਬਹੁਤ ਹੀ ਖੂਬਸੂਰਤ ਯਾਦਗਾਰ ਬਣ ਗਈ ਹੈ ਪਿਕਚਰ ਨਾ, ਜਿਹੜੀ ਯਾਮਾਜ਼ਾਕੀ ਸਾਨ ਦੀ ਫੈਮਿਲੀ ਦੇ ਨਾਲ ਮੈਂ ਲਈ ਹੈ। ਮੈਨੂੰ ਇੰਝ ਲੱਗਿਆ ਕਿ ਜਿਸ ਤਰ੍ਹਾਂ ਮੈਂ ਆਪਣੀ ਫੈਮਿਲੀ ਨੂੰ ਮਿਲਣ ਗਿਆ ਵਾਂ ਕਿਧਰੇ ਨਾ। こうして。 ਸੋ ਯਾਮਾਜ਼ਾਕੀ ਸਾਨ ਕਹਿੰਦੇ ਨੇ ਸਟੈਂਡ ਮੈਂ ਲੈ ਕੇ ਆਇਆ ਵਾਂ ਅਤੇ ਅਸੀਂ ਇਕੱਠਿਆਂ ਤਸਵੀਰ ਇੱਕ ਖਿੱਚਣੀ ਸਟੈਂਡ 'ਤੇ ਮੋਬਾਈਲ ਲਾ ਕੇ। ਮੈਂ ਕਿਹਾ ਠੀਕ ਹੈ। ਓਕੇ ここにみんなしようか。 ਕੋਕੋ みんな並ぶの、この辺で。 ਹਾਂ ਕੋਲで、こ ਕਹਿੰਦੇ こからこ
それで。 ਓਕੇ ਕਹਿੰਦੇ ਨੇ ਕਿ ਇੱਥੇ ਦਰਵਾਜ਼ੇ ਦੇ ਸਾਹਮਣੇ ਖੜੇ ਹੋ ਕੇ ਅਸੀਂ ਲਾਈਨ ਦੇ ਵਿੱਚ ਫੋਟੋ ਲਵਾਂਗੇ। ਇਹ ਚੀਜ਼ ਮੈਨੂੰ ਇੰਨੀ ਅੱਛੀ ਲੱਗੀ ਕਿ ਇਹਨਾਂ ਦੀ ਪੂਰੀ ਫੈਮਿਲੀ ਇਹਨਾਂ ਦੀ ਇੰਨੀ ਗੱਲ ਮੰਨਦੀ ਕਿ ਇਹਨਾਂ ਦੀ ਇੱਕ ਛੋਟੀ ਜਿਹੀ ਆਵਾਜ਼ ਦੇ ਉੱਤੇ ਇੱਧਰੋਂ ਉੱਧਰੋਂ ਸਾਰੇ ਬੰਦੇ ਨਿਕਲ ਕੇ ਆ ਕੇ ਤੇ ਇੱਥੇ 2 ਸੈਕਿੰਡਾਂ ਦੇ ਵਿੱਚ ਖੜੇ ਹੋ ਗਏ। ਓਕੇ ਮੋਇਕਾਈ ਚੀਜ਼ ਵਾਪਸੀ ਤੇ ਜਾਣ ਲੱਗਿਆਂ ਇਹਨਾਂ ਨੇ ਫਿਰ ਇੱਕ ਛਾਪਰ ਦੇ ਵਿੱਚ ਸਾਨੂੰ ਫਰੈਸ਼ ਰਾਈਸ ਕੇਕ ਜਿਹੜੇ ਇਹਨਾਂ ਨੇ ਬਣਾਏ ਸਨ ਅੱਜ ਦੇ ਦਿਨ, ਉਹ ਸਾਨੂੰ ਛਾਪਰ ਭਰ ਕੇ ਦਿੱਤਾ ਕਿ ਤੁਸੀਂ ਇਹ ਖਾਣਾ। ਮੇਰੀ ਵਾਈਫ ਨੂੰ ਇਹ ਕਾਫੀ ਪਸੰਦ ਨੇ, ਬਲਕਿ ਹਰ ਜਾਪਾਨੀ ਨੂੰ ਪਸੰਦ ਨੇ। ਪੂਰੀ ਫੈਮਿਲੀ ਨੇ ਖੜੇ ਹੋ ਕੇ ਸਾਨੂੰ ਅਲਵਿਦਾ ਕੀਤਾ, ਸਾਨੂੰ ਬਹੁਤ ਅੱਛਾ ਲੱਗਾ। ਆਰੀਗਾਤੋ ਗੋਜ਼ਾਈਮਾਸੂ।